नमस्कार खबरों के इस बुलेटिन में ਤੁਹਾਡਾ स्वागत है। मैं हाँ तरनजीत कौर। पहला पेश ने चुनवियां खबरां। प्रधानमंत्री नरेंद्र मोदी 5 अक्तूबर ਨੂੰ शहरी कनकलेव ਵਿੱਚ हिस्सा ਲੈਣ ਲਈ लखनऊ ਜਾਣਗੇ। ਆਪਣੇ उत्तर प्रदेश दौरे दौरान प्रधानमंत्री सूबे ਦੀਆਂ कई शहरी विकास ਸਕੀਮਾਂ ਦਾ उद्घाटन भी ਕਰਨਗੇ। ਭਾਰਤੀ ਚੋਣ ਕਮਿਸ਼ਨ ਵੱਲੋਂ ਪੱਛਮ ਬੰਗਾਲ ਦੀ ਮਮਤਾ ਸਰਕਾਰ ਨੂੰ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿੱਤ ਦਾ ਜਸ਼ਨ ਨਾ ਮਨਾਉਣ ਦੇ ਨਿਰਦੇਸ਼। ਮਮਤਾ ਬੈਨਰਜੀ ਨੇ 58,000 ਤੋਂ ਵੱਧ ਵੋਟਾਂ ਦੇ ਅੰਤਰ ਨਾਲ ਭਵਾਨੀਪੁਰ ਸੀਟ ਜਿੱਤੀ। ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਜ਼ਿਲ੍ਹੇ ਦੀ ਮੋਰਿੰਡਾ ਮੰਡੀ ਵਿੱਚ ਝੋਨੇ ਦੀ ਖਰੀਦ ਦੇ ਕੰਮਾਂ ਦਾ ਜਾਇਜ਼ਾ ਲਿਆ। सीमा सुरक्षा बल ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਜਾਤਾਲ ਸਰਹੱਦੀ ਨਿਗਰਾਨ ਚੌਂਕੀ ਤਹਿਤ ਕੰਡਿਆਲੀ ਤਾਰ ਲਾਗੇ ਭਾਰਤ ਵਾਲੇ ਪਾਸਿਓਂ 6 ਪੈਕੇਟ ਹੈਰੋਇਨ ਸਮੇਤ ਇੱਕ ਪਾਕਿਸਤਾਨੀ ਤਸਕਰ ਕਾਬੂ। ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨਮੰਤਰੀ ਨਰਿੰਦਰ ਮੋਦੀ 5 ਅਕਤੂਬਰ ਨੂੰ ਸ਼ਹਿਰੀ ਕਨਕਲੇਵ ਵਿੱਚ ਹਿੱਸਾ ਲੈਣ ਲਈ ਲਖਨਊ ਜਾਣਗੇ। ਸ਼ਹਿਰੀ ਕਾਨਫਰੰਸ ਦਾ ਆਯੋਜਨ ਉੱਤਰ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ। ਆਪਣੇ ਦੌਰੇ ਦੌਰਾਨ ਪ੍ਰਧਾਨਮੰਤਰੀ ਸੂਬੇ ਦੀਆਂ ਹੋਰ ਕਈ ਸ਼ਹਿਰੀ ਵਿਕਾਸ ਸਕੀਮਾਂ ਦਾ ਉਦਘਾਟਨ ਵੀ ਕਰਨਗੇ। ਸ਼ਹਿਰੀ ਕਾਨਫਰੰਸ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਲਖਨਊ ਵਿੱਚ ਸਥਿਤ ਇੰਦਰਾ ਗਾਂਧੀ ਪ੍ਰਤਿਸ਼ਠਾਨ ਵਿਖੇ ਕਰਵਾਈ ਜਾ ਰਹੀ ਹੈ। ਇਹ ਕਨਕਲੇਵ 3 ਦਿਨ ਚੱਲੇਗੀ, ਜਿਸ ਦੌਰਾਨ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਕੋਈ 75,000 ਲਾਭਪਾਤਰੀਆਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ ਜਾਣਗੀਆਂ। ਸੂਬੇ ਦੇ ਵੱਖ-ਵੱਖ ਹਿੱਸਿਆਂ ਨਾਲ ਸੰਬੰਧਿਤ ਇਹਨਾਂ ਲਾਭਪਾਤਰੀਆਂ ਨੂੰ ਮਕਾਨਾਂ ਦੀ ਉਸਾਰੀ ਲਈ 2.5 ਲੱਖ ਰੁਪਏ ਦੀ ਰਕਮ ਮੁਹੱਈਆ ਕਰਵਾਈ ਗਈ ਸੀ। ਸਮਾਗਮ ਦੌਰਾਨ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕਰਨਗੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਵੱਖ-ਵੱਖ ਸ਼ਹਿਰੀ ਵਿਕਾਸ ਸਕੀਮਾਂ ਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ 150 ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਅਤੇ ਹੋਰ ਸ਼ਹਿਰੀ ਵਿਕਾਸ ਸਕੀਮਾਂ ਦੇ ਉਦਘਾਟਨ ਵੀ ਸ਼ਾਮਲ ਨੇ। ਹਾਲ ਹੀ ਦੇ ਮਹੀਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਤਰ ਪ੍ਰਦੇਸ਼ ਦੀ ਇਹ ਤੀਜੀ ਫੇਰੀ ਹੋਵੇਗੀ। ਇਸ ਤੋਂ ਪਹਿਲਾਂ ਉਹਨਾਂ ਨੇ ਵਾਰਾਣਸੀ ਅਤੇ ਅਲੀਗੜ੍ਹ ਦਾ ਦੌਰਾ ਕੀਤਾ। ਪੱਛਮ ਬੰਗਾਲ ਦੀਆਂ 3 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਸਰਕਾਰ ਨੂੰ ਸਾਫ਼ ਨਿਰਦੇਸ਼ ਦਿੱਤੇ ਨੇ ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿੱਤ ਦਾ ਜਸ਼ਨ ਨਾ ਮਨਾਇਆ ਜਾਵੇ। ਕਮਿਸ਼ਨ ਨੇ ਸੂਬਾ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਹਿੰਸਾ ਰੋਕਣ ਦੇ ਸਾਰੇ ਜ਼ਰੂਰੀ ਉਪਾਅ ਕੀਤੇ ਜਾਣ। ਚੋਣ ਕਮਿਸ਼ਨ ਦੀ ਤਰਫੋਂ ਪੱਛਮ ਬੰਗਾਲ ਸਰਕਾਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਦੌਰਾਨ ਜਾਂ ਨਤੀਜੇ ਆਉਣ ਤੋਂ ਬਾਅਦ ਕੋਈ ਜਸ਼ਨ ਵੀ ਨਾ ਮਨਾਇਆ ਜਾਵੇ। ਜ਼ਿਕਰਯੋਗ ਹੈ ਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਭਵਾਨੀਪੁਰ ਸੀਟ ਤੋਂ ਚੋਣ ਮੈਦਾਨ ਵਿੱਚ ਸਨ ਅਤੇ ਉਹਨਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਸੀ, ਜਿਸ ਮਗਰੋਂ ਕਈ ਥਾਈਂ ਤ੍ਰਿਣਮੂਲ ਕਾਂਗਰਸ ਕਾਰਜਕਰਤਾ ਜਸ਼ਨ ਮਨਾਉਂਦੇ ਦੇਖੇ ਗਏ। ਇਸੇ ਸਾਲ ਹੋਏ ਪੱਛਮ ਬੰਗਾਲ ਵਿਧਾਨ ਸਭਾ ਲਈ ਆਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸੂਬੇ ਵਿੱਚ ਕਈ ਥਾਈਂ ਹਿੰਸਾ ਤੇ ਅੱਗਜਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਵੀ ਚੱਲ ਰਹੀ ਹੈ। ਮਮਤਾ ਬੈਨਰਜੀ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਨੰਦੀਗ੍ਰਾਮ ਸੀਟ ਤੋਂ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਤੋਂ ਹਾਰ ਗਏ ਸਨ। ਭਵਾਨੀਪੁਰ ਤੋਂ ਇਲਾਵਾ ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਸ਼ਮਸ਼ੇਰਗੰਜ ਅਤੇ ਜੰਗੀਪੁਰ ਵਿਧਾਨ ਸਭਾ ਹਲਕਿਆਂ ਵਿੱਚ ਵੀ 30 ਸਤੰਬਰ ਨੂੰ ਮਤਦਾਨ ਕਰਵਾਇਆ ਗਿਆ ਸੀ। ਅੱਜ ਤਿੰਨੋਂ ਸੀਟਾਂ ਦੇ ਨਤੀਜੇ ਐਲਾਨੇ ਜਾਣੇ ਸਨ। ਇਸੇ ਦੌਰਾਨ ਮਮਤਾ ਬੈਨਰਜੀ ਨੇ ਭਵਾਨੀਪੁਰ ਸੀਟ ਵੱਡੇ ਅੰਤਰ ਨਾਲ ਜਿੱਤ ਲਈ ਹੈ। ਉਹਨਾਂ ਭਾਜਪਾ ਦੀ ਆਪਣੀ ਵਿਰੋਧੀ ਉਮੀਦਵਾਰ ਪ੍ਰਿਯੰਕਾ ਟਿਬਰੇਵਾਲ ਨੂੰ 58,832 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕੁਰਸੀ ਦਾ ਖਤਰਾ ਖਤਮ ਹੋ ਗਿਆ ਹੈ। ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਮਿਲੀ ਹਾਰ ਤੋਂ ਬਾਅਦ ਉਹ ਮੁੱਖ ਮੰਤਰੀ ਤਾਂ ਬਣ ਗਏ, ਪਰ 5 ਨਵੰਬਰ ਤੋਂ ਪਹਿਲਾਂ ਉਹਨਾਂ ਦਾ ਵਿਧਾਨ ਸਭਾ ਵਿੱਚ ਪਹੁੰਚਣਾ ਜ਼ਰੂਰੀ ਸੀ। ਮਮਤਾ ਬੈਨਰਜੀ ਦੀ ਭਵਾਨੀਪੁਰ ਸੀਟ ਤੋਂ ਜਿੱਤ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਪਹਿਲਾਂ ਵੀ ਮਮਤਾ ਬੈਨਰਜੀ ਨੇ 2 ਵਾਰ ਭਵਾਨੀਪੁਰ ਸੀਟ ਜਿੱਤੀ ਸੀ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਦਰਿਆਵਾਂ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਜ਼ਬਰਦਸਤ ਕੌਮੀ ਮੁਹਿੰਮ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉੱਤਰੀ ਪੂਰਬੀ ਸੂਬਿਆਂ ਦੇ ਆਪਣੇ 4 ਦਿਨਾਂ ਦੌਰੇ ਦੇ ਪਹਿਲੇ ਦਿਨ ਉਨ੍ਹਾਂ ਗੁਹਾਟੀ ਵਿੱਚ ਬ੍ਰਹਮਪੁੱਤਰ ਦਰਿਆ ਦੇ ਕੰਢੇ ਵਿਰਾਸਤੀ ਅਤੇ ਸੱਭਿਆਚਾਰਕ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਵਾਸੀਆਂ ਨੂੰ ਫੌਰੀ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਦਰਿਆਵਾਂ ਨੂੰ ਬਚਾਉਣ ਦੇ ਯਤਨ ਸ਼ੁਰੂ ਕਰਨੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਮੇਸ਼ਾ ਤੋਂ ਹੀ ਦਰਿਆਵਾਂ ਦੀ ਪੂਜਾ ਹੁੰਦੀ ਆਈ ਹੈ, ਕਿਉਂਕਿ ਦਰਿਆ ਜ਼ਿੰਦਗੀ ਦੇਣ ਵਾਲੇ ਹੁੰਦੇ ਨੇ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼ਹਿਰੀਕਰਨ ਅਤੇ ਸਨਅਤੀਕਰਨ ਵਧਣ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਲ ਗਾਹਾਂ ਪਲੀਤ ਹੋ ਗਈਆਂ। ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਦੀ ਹੋੜ ਵਿੱਚ ਲਾਲਚਵਸ ਮਨੁੱਖ ਨੇ ਕੁਦਰਤੀ ਈਕੋਸਿਸਟਮ ਨੂੰ ਤਬਾਹ ਕੀਤਾ ਅਤੇ ਕਈ ਥਾਈਂ ਜਾਂ ਤਾਂ ਇਹ ਜਲਗਾਹਾਂ ਲਗਭਗ ਅਲੋਪ ਹੋ ਗਈਆਂ ਜਾਂ ਉਹਨਾਂ ਤੇ ਕਬਜ਼ੇ ਕਰ ਲਏ ਗਏ।
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਉੱਘੇ ਸਮਾਜ ਸੁਧਾਰਕ ਕਾਦੰਬਨੀ ਗਾਂਗੁਲੀ ਦੇ ਜੀਵਨ ਅਤੇ ਸੰਘਰਸ਼ ਦੀ ਕਹਾਣੀ ਸੁਣਾ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ। ਅੱਜ ਕਾਦੰਬਨੀ ਗਾਂਗੁਲੀ ਦੀ ਬਰਸੀ ਏ। ਉਹਨਾਂ ਨੂੰ ਚੰਦਰਮੁਖੀ ਬਸੂ ਨਾਲ ਕੋਲਕਾਤਾ ਦੇ ਬੈਥਿਊਨ ਕਾਲਜ ਤੋਂ ਭਾਰਤ ਦੀ ਪਹਿਲੀ ਮਹਿਲਾ ਗ੍ਰੈਜੂਏਟ ਬਣਨ ਦਾ ਮਾਣ ਹਾਸਲ ਏ। ਕਾਦੰਬਨੀ ਬੋਸ ਦਾ ਜਨਮ 18 ਜੁਲਾਈ 1861 ਨੂੰ ਭਾਗਲਪੁਰ ਵਿੱਚ ਹੋਇਆ ਸੀ। ਉਹਨਾਂ ਦਾ ਜਨਮ ਬੰਗਾਲੀ ਪੁਨਰ ਜਾਗਰਣ ਸਮੇਂ ਦੌਰਾਨ ਹੋਇਆ ਸੀ। ਇਹ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਬੰਗਾਲ ਖੇਤਰ ਵਿੱਚ ਧਾਰਮਿਕ, ਸਮਾਜਿਕ ਅਤੇ ਵਿਦਿਅਕ ਪ੍ਰਗਤੀ ਦਾ ਸਮਾਂ ਸੀ। ਕਾਦੰਬਨੀ ਇਸ ਸੱਭਿਆਚਾਰਕ ਅੰਦੋਲਨ ਤੋਂ ਪ੍ਰਭਾਵਿਤ ਸੀ ਕਿਉਂ ਜੋ ਉਹਨਾਂ ਦੇ ਪਿਤਾ ਹਿੰਦੂ ਸੁਧਾਰ ਅੰਦੋਲਨ ਬ੍ਰਹਮ ਸਮਾਜ ਦੇ ਪ੍ਰਭਾਵਸ਼ਾਲੀ ਮੈਂਬਰ ਸਨ। ਉਹ ਮਹਿਲਾ ਅਧਿਕਾਰ ਜਥੇਬੰਦੀ ਭਾਗਲਪੁਰ ਮਹਿਲਾ ਸਮਿਤੀ ਦੇ ਸਹਿ ਸੰਸਥਾਪਕ ਵੀ ਸਨ। ਭਾਵੇਂ ਇਹ ਇੱਕ ਅਜਿਹਾ ਸਮਾਂ ਸੀ ਜਦੋਂ ਭਾਰਤੀ ਮਹਿਲਾਵਾਂ ਕੋਲ ਵਿੱਦਿਆ ਹਾਸਲ ਕਰਨ ਦੇ ਬਹੁਤ ਘੱਟ ਮੌਕੇ ਸਨ, ਪਰ ਕਾਦੰਬਨੀ ਦੇ ਪਿਤਾ ਨੇ ਵਿੱਦਿਆ ਦੇ ਮਹੱਤਵ ਨੂੰ ਸਮਝਿਆ ਅਤੇ ਕਾਦੰਬਨੀ ਨੂੰ ਸਕੂਲ ਜਾਣ ਦੀ ਇਜਾਜ਼ਤ ਦਿੱਤੀ। ਸਕੂਲੀ ਸਿੱਖਿਆ ਤੋਂ ਬਾਅਦ ਕਾਦੰਬਨੀ ਨੇ ਭਾਰਤ ਦੇ ਪਹਿਲੇ ਕਾਲਜ ਵਿੱਚ ਦਾਖਲਾ ਲਿਆ, ਜਿਸ ਤੋਂ ਬਾਅਦ ਵਿੱਚ ਬੈਥਿਊਨ ਕਾਲਜ ਵਿੱਚ ਮਿਲਾ ਦਿੱਤਾ ਗਿਆ ਸੀ। ਸਕੂਲ ਨੇ ਕਲਕੱਤਾ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਪ੍ਰਣਾਲੀ ਨੂੰ ਅਪਣਾਇਆ ਅਤੇ 1879 ਵਿੱਚ ਕਾਦੰਬਨੀ ਇਸ ਮੁਸ਼ਕਲ ਪ੍ਰੀਖਿਆ ਨੂੰ ਪਾਸ ਕਰਨ ਵਾਲੀ ਪਹਿਲੀ ਮਹਿਲਾ ਬਣੀ। ਕਾਦੰਬਨੀ ਦੀ ਸਫਲਤਾ ਨੇ ਬੈਥਿਊਨ ਕਾਲਜ ਨੂੰ ਆਪਣਾ ਪਹਿਲਾ ਆਰਟਸ ਪ੍ਰੋਗਰਾਮ ਅਤੇ ਗ੍ਰੈਜੂਏਟ ਕੋਰਸ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਸ਼ੁਰੂਆਤ ਵਿੱਚ ਕਲਾਸ ਵਿੱਚ ਸਿਰਫ 2 ਵਿਦਿਆਰਥੀ ਕਾਦੰਬਨੀ ਅਤੇ ਉਸ ਦੀ ਸਾਥੀ ਚੰਦਰਮੁਖੀ ਬਸੂ ਸੀ। ਉਹਨਾਂ ਨੇ 1883 ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਕਾਲਜ ਵਿੱਚ ਪੜ੍ਹਾਈ ਕਰਕੇ ਗ੍ਰੈਜੂਏਟ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਵੀ ਬਣੀ। ਕਾਦੰਬਨੀ ਨੇ ਗ੍ਰੈਜੂਏਟ ਹੋਣ ਤੋਂ ਬਾਅਦ ਬੈਥਿਊਨ ਕਾਲਜ ਵਿੱਚ ਆਪਣੇ ਉਸਤਾਦ ਅਤੇ ਅਧਿਆਪਕ ਦਵਾਰਕਾ ਨਾਥ ਗਾਂਗੁਲੀ ਨਾਲ ਵਿਆਹ ਕੀਤਾ। ਭਾਰਤ ਵਿੱਚ ਮਹਿਲਾ ਅਧਿਕਾਰ ਅੰਦੋਲਨ ਦੇ ਜੋਸ਼ੀਲੇ ਲੀਡਰ ਦਵਾਰਕਾ ਨਾਥ ਨੇ ਆਪਣੀ ਪਤਨੀ ਨੂੰ ਮੈਡੀਕਲ ਦੀ ਡਿਗਰੀ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਕਲਕੱਤਾ ਮੈਡੀਕਲ ਕਾਲਜ ਨੇ ਕਾਦੰਬਨੀ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਕਾਦੰਬਨੀ ਅਤੇ ਉਹਨਾਂ ਦੇ ਪਤੀ ਨੇ ਇਸ ਦਾ ਸਖਤ ਵਿਰੋਧ ਕੀਤਾ। ਆਖਰ ਕਾਦੰਬਨੀ ਨੂੰ ਕਾਲਜ ਵਿੱਚ ਦਾਖਲਾ ਦੇ ਦਿੱਤਾ ਗਿਆ। ਉਹ ਕਲਕੱਤਾ ਮੈਡੀਕਲ ਕਾਲਜ ਵਿੱਚ ਪਹਿਲੀ ਮਹਿਲਾ ਵਿਦਿਆਰਥਣ ਸੀ। ਮੈਡੀਕਲ ਕਾਲਜ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਕਾਦੰਬਨੀ ਨੇ 1886 ਵਿੱਚ ਮੈਡੀਕਲ ਦੀ ਡਿਗਰੀ ਹਾਸਲ ਕੀਤੀ। ਕਾਦੰਬਨੀ ਗਾਂਗੁਲੀ 1886 ਵਿੱਚ ਆਨੰਦੀ ਜੋਸ਼ੀ ਨਾਲ ਮੈਡੀਕਲ ਦਾ ਅਧਿਐਨ ਕਰਨ ਅਤੇ ਡਿਗਰੀ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣੀ। ਆਨੰਦੀ ਜੋਸ਼ੀ ਨੇ ਅਮਰੀਕਾ ਵਿੱਚ ਪੈਨਸਿਲਵੇਨੀਆ ਦੇ ਮਹਿਲਾ ਮੈਡੀਕਲ ਕਾਲਜ ਵਿੱਚ ਅਤੇ ਕਾਦੰਬਨੀ ਗਾਂਗੁਲੀ ਨੇ ਕਲਕੱਤਾ ਮੈਡੀਕਲ ਕਾਲਜ ਵਿੱਚ ਪੱਛਮੀ ਮੈਡੀਕਲ ਇਲਾਜ ਦੀ ਪੜ੍ਹਾਈ ਕੀਤੀ। ਮਹਿਲਾ ਮੁਕਤੀ ਦਾ ਵਿਰੋਧ ਕਰਨ ਵਾਲੇ ਪੁਰਾਣੇ ਖਿਆਲਾਂ ਦੇ ਲੋਕਾਂ ਦੀ ਆਲੋਚਨਾ ਕਾਦੰਬਨੀ ਨੂੰ ਰੋਕ ਨਹੀਂ ਸਕੀ ਅਤੇ ਉਹ 1892 ਵਿੱਚ ਇੰਗਲੈਂਡ ਗਏ ਤੇ ਉੱਥੇ ਮੈਡੀਕਲ ਇਲਾਜ ਵਿੱਚ 3 ਹੋਰ ਸਰਟੀਫਿਕੇਟ ਹਾਸਲ ਕੀਤੇ। ਜਦੋਂ ਭਾਰਤ ਵਾਪਸ ਆਏ ਤਾਂ ਉਹਨਾਂ ਨੇ ਲੇਡੀ ਡਫਰਿਨ ਹਸਪਤਾਲ ਵਿੱਚ ਮਹਿਲਾਵਾਂ ਦੀਆਂ ਬਿਮਾਰੀਆਂ ਦੇ ਮਾਹਰ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ਉਹਨਾਂ ਨੇ ਆਪਣੀ ਨਿੱਜੀ ਪ੍ਰੈਕਟਿਸ ਸ਼ੁਰੂ ਕੀਤੀ। ਇੱਕ ਡਾਕਟਰ ਅਤੇ 8 ਬੱਚਿਆਂ ਦੀ ਮਾਂ ਦੇ ਰੂਪ ਵਿੱਚ ਕਾਦੰਬਨੀ ਦੀ ਰੁਝੇਵਿਆਂ ਭਰੀ ਜ਼ਿੰਦਗੀ ਉਹਨਾਂ ਨੂੰ ਭਾਰਤ ਦੇ ਮਹਿਲਾ ਅਧਿਕਾਰ ਅੰਦੋਲਨ ਵਿੱਚ ਭੂਮਿਕਾ ਨਿਭਾਉਣ ਤੋਂ ਨਹੀਂ ਰੋਕ ਸਕੀ। ਉਹ 1899 ਦੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਮਹਿਲਾ ਵਫਦ ਦੇ 6 ਨੁਮਾਇੰਦਿਆਂ ਵਿੱਚੋਂ ਇੱਕ ਸੀ। 1906 ਵਿੱਚ ਉਹਨਾਂ ਨੇ ਕਲਕੱਤਾ ਵਿੱਚ ਮਹਿਲਾ ਕਾਨਫਰੰਸ ਆਯੋਜਿਤ ਕਰਨ ਵਿੱਚ ਮਦਦ ਕੀਤੀ। ਉਹ ਕਈ ਹੋਰ ਅੰਦੋਲਨਾਂ ਵਿੱਚ ਵੀ ਵਧੇਰੇ ਸਰਗਰਮ ਸਨ। ਉਹਨਾਂ ਨੇ ਈਸਟਰਨ ਇੰਡੀਆ ਖਾਣ ਦੀਆਂ ਮਹਿਲਾ ਖਾਣ ਮਜ਼ਦੂਰਾਂ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਲਈ ਸੰਘਰਸ਼ ਕੀਤਾ। 1898 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹਨਾਂ ਨੇ 1923 ਵਿੱਚ ਆਖਰੀ ਸਾਹ ਲਿਆ। ਕੋਲਕਾਤਾ ਵਿੱਚ ਇੱਕ ਡਾਕਟਰ ਦੇ ਤੌਰ ਤੇ ਕੰਮ ਕਰਦੇ ਰਹੇ।
ਪੰਜਾਬ ਅਤੇ ਹਰਿਆਣਾ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋ ਗਈ ਹੈ। ਪਹਿਲਾਂ ਕੇਂਦਰ ਸਰਕਾਰ ਨੇ ਇਹਨਾਂ ਦੋਵਾਂ ਸੂਬਿਆਂ ਵਿੱਚ ਕਈ ਦਿਨ ਚੱਲੀ ਬੇਮੌਸਮੀ ਬਰਸਾਤ ਕਾਰਨ 1 ਅਕਤੂਬਰ ਦੀ ਥਾਂ ਝੋਨੇ ਦੀ ਖਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਰ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਦਖਲ ਦਿੱਤੇ ਜਾਣ ਤੇ ਕੇਂਦਰ ਨੇ ਅੱਜ 3 ਅਕਤੂਬਰ ਤੋਂ ਇਹਨਾਂ ਸੂਬਿਆਂ ਵਿੱਚ ਖਰੀਦ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਸ਼ੁਰੂਆਤੀ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਜ਼ਿਲ੍ਹੇ ਦੀ ਮੋਰਿੰਡਾ ਦਾਣਾ ਮੰਡੀ ਵਿੱਚ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਕਿਸਾਨ ਆਪਣੀ ਜਿੰਸ ਲੈ ਕੇ ਮੰਡੀਆਂ ਵਿੱਚ ਆ ਰਹੇ ਨੇ। ਸੂਬੇ ਦੀਆਂ ਕਈ ਮੰਡੀਆਂ ਵਿੱਚ ਅੱਜ ਝੋਨੇ ਦੀ ਭਾਰੀ ਆਮਦ ਹੋਈ ਹੈ ਤੇ ਕਿਸਾਨਾਂ ਵਿੱਚ ਅੱਜ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਕਰਕੇ ਖੁਸ਼ੀ ਪਾਈ ਗਈ। ਪੰਜਾਬ ਦੇ ਬਾਕੀ ਹਿੱਸਿਆਂ ਵਾਂਗ ਮੋਗਾ ਵਿੱਚ ਵੀ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ, ਜਿਸ ਨੂੰ ਲੈ ਕੇ ਕਿਸਾਨ ਕਾਫੀ ਖੁਸ਼ ਨਜ਼ਰ ਆਏ। ਸਰਕਾਰ ਵੱਲੋਂ ਅੱਜ ਤੋਂ ਖਰੀਦ ਸ਼ੁਰੂ ਕਰਨ ਦਾ ਕਿਸਾਨਾਂ ਸਮੇਤ ਮਿਲ ਮਾਲਕਾਂ ਤੇ ਹੋਰ ਹਿੱਤਧਾਰਕਾਂ ਵੱਲੋਂ ਸਵਾਗਤ ਕੀਤਾ ਗਿਆ। ਮੋਗਾ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਏ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਅਗੇਤੇ ਬੀਜੇ ਝੋਨੇ ਦੀ ਫਸਲ ਮੰਡੀ ਵਿੱਚ ਆ ਚੁੱਕੀ ਹੈ ਤੇ ਫਸਲ ਵਿੱਚ ਸਿੱਲ ਦੀ ਮਾਤਰਾ 17% ਤੋਂ ਘੱਟ ਹੈ, ਜਿਸ ਕਰਕੇ ਏਜੰਸੀਆਂ ਨੂੰ ਫਸਲ ਖਰੀਦਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਨਾ ਹੀ ਕਿਸਾਨ ਖੱਜਲ ਖੁਆਰ ਹੋਣਗੇ। ਇੱਕ ਹੋਰ ਕਿਸਾਨ ਨਰ ਸਿੰਘ ਨੇ ਦੱਸਿਆ ਕਿ ਜੇ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਕੰਮ 10 ਦਿਨ ਹੋਰ ਲੇਟ ਹੁੰਦਾ ਹੈ ਤਾਂ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀ, ਕਿਉਂਕਿ ਖੇਤਾਂ ਵਿੱਚ ਪੱਕੇ ਝੋਨੇ ਦੇ ਖੜੇ ਹੋਣ ਕਰਕੇ ਮੁੰਜਰਾ ਝੜਨ ਲੱਗ ਪੈਂਦੀਆਂ ਨੇ ਅਤੇ ਜੜ੍ਹਾਂ ਵਿੱਚ ਤੇਲਾ ਹੋਣ ਕਰਕੇ ਬੂਟੇ ਡਿੱਗ ਜਾਂਦੇ ਨੇ। ਇੰਜ ਫਸਲ ਬਰਬਾਦ ਹੋਣ ਦਾ ਖਦਸ਼ਾ ਰਹਿੰਦਾ ਹੈ। ਇਸ ਦੇ ਨਾਲ ਹੀ ਝੋਨੇ ਦੀ ਖੜੀ ਫਸਲ ਕਾਰਨ ਆਲੂ ਬੀਜਣ ਵਾਲੇ ਕਿਸਾਨਾਂ ਲਈ ਵੀ ਸੰਕਟ ਖੜਾ ਹੋ ਜਾਣਾ ਸੀ। ਜਸਵਿੰਦਰ ਸਿੰਘ ਕਾਕਾ ਜੀ, ਪਿੰਡ ਲੰਡੇ ਕਿਆਂ ਤੋਂ। ਜੋ ਸਰਕਾਰ ਨੇ ਅੱਜ ਝੋਨੇ ਦੀ ਖਰੀਦ ਸ਼ੁਰੂ ਕਰਾਈ ਹੈ ਜੀ, ਬਹੁਤ ਧੰਨਵਾਦ, ਸ਼ਲਾਘਾਯੋਗ ਕਦਮ ਆ ਜੀ। ਸਾਰੇ ਕਿਸਾਨਾਂ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ। ਜੇ ਕਿਤੇ ਇਹ ਕਦਮ ਕਿਤੇ 10 ਦਿਨ ਲੇਟ ਹੋ ਜਾਂਦਾ, ਵਿਚਾਰਾ ਗਰੀਬ ਕਿਸਾਨ ਅੱਗੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਆ। ਝੋਨੇ ਦੀਆਂ ਮੁੰਜਰਾਂ ਡਿੱਗਣ ਹੋਣ ਕਰਕੇ ਜ਼ਿਆਦਾ ਪੱਕ ਜਾਣਾ ਸੀ ਤੇ ਜ਼ਿਆਦਾ ਨੁਕਸਾਨ ਹੋਣਾ ਸੀ ਜੀ। ਕਿਸੇ ਕੋਲੇ ਸਾਂਭਣ ਦਾ ਸਾਧਨ ਹੈਗਾ, ਕਿਸੇ ਕੋਲੇ ਸਾਂਭਣ ਦਾ ਸਾਧਨ ਹੈ ਨਹੀਂ ਗਾ ਜੀ। ਗਰੀਬ ਕਿਸਾਨ ਦਾ ਬਹੁਤ ਵੱਡਾ ਇਹ ਫਾਇਦਾ ਹੋਇਆ ਜੀ ਇਸ ਚਾਚ ਤੇ ਅਸੀਂ ਇਹ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਜਿਹੜੀ ਸਰਕਾਰ ਨੇ ਅੱਜ ਝੋਨੇ ਦੀ ਖਰੀਦ ਸ਼ੁਰੂ ਕੀਤੀ ਆ, ਉਹਦੇ ਲਈ ਹੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਤਾਂ ਕਿ ਜੇ ਝੋਨੇ ਦੀ ਖਰੀਦ ਸ਼ੁਰੂ ਨਾ ਹੁੰਦੀ ਤਾਂ ਸਾਡੀ ਜਿਹੜੀ ਆਲੂਆਂ ਦੀ ਫਸਲ ਜਿਹੜੀ ਅਸੀਂ ਬਿਜਾਈ ਸ਼ੁਰੂ ਕਰਨੀ ਸੀ ਉਹ ਲੇਟ ਹੋ ਜਾਣੀ ਸੀ। ਇਸ ਲਈ ਅੱਜ ਝੋਨੇ ਦੀ ਖਰੀਦ ਸ਼ੁਰੂ ਕਰਕੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ। ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਹੈ ਕਿ ਮੰਡੀਆਂ ਵਿੱਚ ਆਇਆ ਝੋਨਾ ਵੱਧ ਨਮੀ ਵਾਲਾ ਨਹੀਂ ਹੈ, ਜਿਸ ਕਾਰਨ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਹੈ। ਅਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਖਰੀਦ ਸ਼ੁਰੂ ਕਰ ਰਹੇ ਹਾਂ। ਜੇ ਅਸੀਂ ਟਾਰਗੇਟ ਦੇਖੀਏ ਤਾਂ ਪਿਛਲੇ ਸਾਲ ਅਸੀਂ ਲਗਭਗ 14 ਲੱਖ ਮੈਟ੍ਰਿਕ ਟਨ ਪਰਚੇਜ਼ ਕੀਤਾ ਸੀਗਾ। ਉਸ ਦੇ ਅਕੋਰਡਿੰਗ ਸਾਡੀਆਂ ਪ੍ਰੈਪਰੇਸ਼ਨ ਇਸ ਵਾਰ ਵੀ ਪੂਰੀਆਂ ਮੁਕੰਮਲ ਹੈਗੀਆਂ ਨੇ। ਸਾਰੀਆਂ ਏਜੰਸੀਆਂ ਦਾ ਸਟਾਫ ਇਨਕਲੂਡਿੰਗ ਮਾਰਕੀਟ ਕਮੇਟੀ, ਮੰਡੀ ਬੋਰਡ, ਇਹਨਾਂ ਦਾ ਨਿਯੁਕਤ ਹੋ ਚੁੱਕਿਆ ਹੈਗਾ। ਮੰਡੀਆਂ ਦੀ ਸਾਫ਼ ਸਫਾਈ ਹੋ ਚੁੱਕੀ ਹੈ, ਪਾਣੀ ਦਾ ਪ੍ਰਬੰਧ, ਬਾਥਰੂਮ ਦਾ ਪ੍ਰਬੰਧ ਸਾਰੇ ਹੋ ਚੁੱਕੇ ਹੈਗੇ ਨੇ। ਜਿਹੜੀ ਵੀ ਕੋਈ ਢੇਰੀ ਵਿਦਿਨ ਪੈਰਾਮੀਟਰ ਆਏਗੀ, ਚਾਹੇ ਉਹ ਮੋਇਸਚਰ ਲੈਵਲ ਦੇ ਵਿੱਚ ਹੈਗੀ ਜਾਂ ਸਾਫ਼ ਸਫਾਈ 'ਚ, ਉਹਦੀ ਅਸੀਂ ਅੱਜ ਤੋਂ ਹੀ ਪਰਚੇਜ਼ ਸ਼ੁਰੂ ਕਰਾਵਾਂਗੇ ਤੇ ਲਿਫਟਿੰਗ ਵੀ ਕਰਾਵਾਂਗੇ। ਮੋਇਸਚਰ ਦਾ ਮੈਂ ਇਹੀ ਰਿਕੁਐਸਟ ਕਰਦਾ ਹੈਗਾ ਸਾਰੇ ਫਾਰਮਰਸ ਨੂੰ ਕਿ 17% ਮੋਇਸਚਰ ਦੀ ਲਿਮਿਟ ਹੈਗੀ, ਆਪਾਂ ਉੱਥੇ ਤੱਕ ਹੀ ਲੈ ਕੇ ਆਈਏ ਸੋ ਦੈਟ ਕਿ ਤੁਹਾਡੇ ਨਾਲ ਦੀ ਨਾਲ ਹੀ ਉੱਥੋਂ ਲਿਫਟਿੰਗ ਵੀ ਹੋ ਸਕੇ ਤੇ ਤੁਹਾਨੂੰ ਅਸੀਂ MSP ਵੀ ਮੌਕੇ ਤੇ ਹੀ ਅਸੀਂ ਦਵਾ ਸਕੀਏ। ਲੈਂਡ ਰਿਕਾਰਡ ਦੇ ਨਾਲ ਹੀ ਸਾਰੀ ਐਤਕੀ ਫਰਦਾਂ ਦੇ ਉੱਪਰ ਹੀ ਹੋਣਾ ਹੈਗਾ। ਬਟ ਇਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਜਿਵੇਂ ਅਸੀਂ ਸਾਡੀ ਆੜ੍ਹਤੀਆਂ ਨਾਲ ਵੀ ਮੀਟਿੰਗਸ ਹੋਈਆਂ ਹੈਗੀਆਂ ਨੇ, ਰਿਕਾਰਡ ਸਾਰੇ ਅਪਡੇਟਿਡ ਹੈਗੇ ਨੇ। ਜਿਵੇਂ ਅਸੀਂ ਪਰਚੇਜ਼ ਕਰੀ ਜਾਵਾਂਗੇ ਆਟੋਮੈਟਿਕਲੀ ਅਸੀਂ ਉਹਨਾਂ ਦੇ ਪ੍ਰੋਸੈਸ ਕਰਵਾ ਕੇ ਤਾਂ ਉਹਨਾਂ ਨੂੰ ਐਟ ਦ ਅਰਲੀਐਸਟ ਅਸੀਂ ਉਹਨਾਂ ਦੇ ਅਕਾਊਂਟਸ ਦੇ ਵਿੱਚ ਅਸੀਂ ਪੇਮੈਂਟਸ ਪਵਾਵਾਂਗੇ। ਮੋਗਾ ਮੰਡੀ ਵਿੱਚ ਖਰੀਦ ਦੇ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਨਕਾਰ ਹਰਜੋਤ ਕਮਲ ਨੇ ਕਿਹਾ ਹੈ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੀ ਜੀਰੀ ਨਾਲ ਭਰੇ ਟਰੱਕਾਂ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਦੂਜੇ ਸੂਬਿਆਂ ਤੋਂ ਘੱਟ ਕੀਮਤ ਤੇ ਖਰੀਦੀ ਜਿੰਸ ਨੂੰ ਮੁੜ ਤੋਂ ਪੰਜਾਬ ਵਿੱਚ ਖਰੀਦ ਏਜੰਸੀਆਂ ਨੂੰ ਵੇਚਣ ਨਾਲ ਪੰਜਾਬ ਦੇ ਕਿਸਾਨਾਂ ਦਾ ਹੱਕ ਮਾਰਿਆ ਜਾਂਦਾ ਹੈ। ਹਰਜੋਤ ਕਮਲ ਨੇ ਖੁਦ ਝੋਨੇ ਦੀ ਨਮੀ ਚੈੱਕ ਕਰਵਾ ਕੇ ਖਰੀਦ ਦੇ ਕੰਮ ਦੀ ਸ਼ੁਰੂਆਤ ਕਰਵਾਈ। ਜਿਹਦੇ ਥੱਲੇ ਇਹ ਸਾਰੀ ਆਉਂਦੀ ਹੈ ਖਰੀਦ, ਉਹਨਾਂ ਦਾ ਜਿਹੜਾ ਫੈਸਲਾ ਸੀਗਾ ਕਿ ਅਸੀਂ 10 ਦਿਨ ਲੇਟ ਕਰਨਾ, ਉਹਦੇ ਨਾਲ ਜ਼ਿਮੀਂਦਾਰ ਦਾ ਬਹੁਤ ਨੁਕਸਾਨ ਹੋ ਜਾਣਾ ਸੀ। ਪੰਜਾਬ ਦੀਆਂ ਮੰਡੀਆਂ 'ਚ ਪੂਰੀ ਤਿਆਰੀ ਹੈ। ਮੈਂ DFSC ਸਾਹਿਬ ਤੋਂ, ਸੈਕਟਰੀ ਸਾਹਿਬ ਤੋਂ, ਇੱਥੋਂ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਤੋਂ, ਜਿਹੜੇ ਮੰਡੀ ਦੇ ਪ੍ਰਧਾਨ ਜੀ ਆ, ਆੜ੍ਹਤੀ ਐਸੋਸੀਏਸ਼ਨ, ਸਾਰਿਆਂ ਨਾਲ ਗੱਲਬਾਤ ਕੀਤੀ ਸੀ ਔਰ ਹਰ ਇੱਕ ਬੰਦਾ ਕਹਿੰਦਾ ਸੀ ਕਿ ਸਾਡੇ ਵੱਲੋਂ ਤਿਆਰੀ ਜਿਹੜੀ ਆ ਮੁਕੰਮਲ ਹੈ। ਸੋ ਜਦੋਂ ਇੱਧਰੋਂ ਤਿਆਰੀ ਮੁਕੰਮਲ ਸੀ, ਉੱਧਰੋਂ ਜਿਹੜਾ ਝੋਨਾ ਹੈਗਾ ਉਹ ਪੂਰਾ ਆਇਆ ਪਿਆ ਸੀਗਾ ਤੇ ਇਸ ਕਰਕੇ ਦੇਰੀ ਜਿਹੜੀ ਆ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਸੋ ਮੈਂ ਇਸ ਗੱਲ ਲਈ ਸਵਾਗਤ ਕਰਦਾ ਕਿ ਸਰਕਾਰ ਨੇ ਚੰਗੇ ਸਮੇਂ ਤੇ ਬਹੁਤ ਚੰਗਾ ਫੈਸਲਾ ਕੀਤਾ।
ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਜਾਤਾਲ ਸਰਹੱਦੀ ਨਿਗਰਾਨ ਚੌਂਕੀ ਨੇੜੇ ਅੱਜ ਤੜਕੇ ਕੰਡਿਆਲੀ ਤਾਲ ਲਾਗੇ ਭਾਰਤ ਵਾਲੇ ਪਾਸਿਓਂ 6 ਪੈਕੇਟ ਹੈਰੋਇਨ ਸਮੇਤ ਇੱਕ ਪਾਕਿਸਤਾਨੀ ਤਸਕਰ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਲਾਹੌਰ ਦੇ ਮਨੀਹਾਲ ਪਿੰਡ ਦੇ ਕਾਸ਼ੀ ਵਜੋਂ ਹੋਈ ਹੈ। ਜ਼ਬਤ ਕੀਤੀ ਗਈ ਹੈਰੋਇਨ 6 ਕਿਲੋ 300 ਗ੍ਰਾਮ ਦੱਸੀ ਜਾ ਰਹੀ ਹੈ ਅਤੇ ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 30 ਕਰੋੜ ਹੈ। BSF ਦੇ DIG ਭੁਪਿੰਦਰ ਸਿੰਘ ਮੁਤਾਬਿਕ ਦੇਰ ਰਾਤ BOP ਰਾਜਾਤਾਲ ਵਿੱਚ BSF ਦੇ ਜਵਾਨ ਗਸ਼ਤ ਕਰ ਰਹੇ ਸਨ। ਜਦ ਪਾਕਿਸਤਾਨ ਵਾਲੇ ਪਾਸਿਓਂ ਉਹਨਾਂ ਕੋਈ ਆਵਾਜ਼ ਸੁਣੀ, ਜਵਾਨਾਂ ਨੇ ਹਰਕਤ ਕਰ ਰਹੇ ਲੋਕਾਂ ਨੂੰ ਵੰਗਾਰਿਆ, ਜਿਸ ਤੇ ਤਸਕਰ ਲੁਕ ਗਏ, ਪਰ ਜਵਾਨਾਂ ਨੇ ਚੌਕਸੀ ਵਰਤਦਿਆਂ ਇੱਕ ਤਸਕਰ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਚਲਾਈ ਗਈ ਤਲਾਸ਼ੀ ਅਭਿਆਨ ਦੌਰਾਨ BSF ਜਵਾਨਾਂ ਨੇ ਇਸ ਥਾਂ ਤੋਂ ਹੈਰੋਇਨ ਦੇ 6 ਪੈਕੇਟ ਬਰਾਮਦ ਕੀਤੇ। ਜਿਸ ਬੈਗ ਵਿੱਚ ਹੈਰੋਇਨ ਜ਼ਬਤ ਕੀਤੀ ਗਈ, ਉਸ ਉੱਤੇ ਪਾਕਿਸਤਾਨ ਦੀ ਮਾਰਕਿੰਗ ਕੀਤੀ ਗਈ ਹੈ। ਫੜੇ ਗਏ ਤਸਕਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਨਮਸਕਾਰ।